ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਏ ਹਾਂ, ਜਿੱਥੇ ਨਵੇਂ ਖੇਤੀ ਕਾਨੂੰਨ, ਖੇਤੀ ਸੰਕਟ ਅਤੇ ਬਦਲਵੀਂ ਖੇਤੀ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ। ਵਿਚਾਰ ਚਰਚਾ ਹੋਈ ਜਿਸ ਵਿੱਚ ਮੁੱਖ ਬੁਲਾਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਆਗੂ ਕਮਲਪ੍ਰੀਤ ਸਿੰਘ ਪੰਨੂ, ਆਰਥਿਕਤਾ ਮਾਹਰ ਸੁੱਚਾ ਸਿੰਘ ਗਿੱਲ ਅਤੇ ਖੇਤੀ ਮਾਮਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਸ਼ਾਮਲ ਹੋਏ। ਇਸ ਤੋਂ ਇਲਾਵਾ ਦਲਿਤਾਂ ਅਤੇ ਮਜ਼ਦੂਰਾਂ ਦੇ, ਪੇਂਡੂ ਖੇਤ ਮਜ਼ਦੂਰਾਂ ਦੇ ਮੁੱਦੇ ਉਭਾਰਨ ਵਾਲੇ ਅਤੇ ਉਹਨਾਂ ਦੇ ਬਾਰੇ ਸਾਰੇ ਵੇਰਵੇ ਅਤੇ ਤੱਤ ਪੇਸ਼ ਕਰਨ ਵਾਲੇ, ਵੱਖ-ਵੱਖ ਰਿਪੋਰਟਾਂ ਪੇਸ਼ ਕਰਨ ਵਾਲੇ ਲਛਮਣ ਸਿੰਘ ਸੇਵੇਵਾਲਾ ਵੀ ਮੁੱਖ ਬੁਲਾਰਿਆਂ ਵਿੱਚ ਸ਼ਾਮਲ ਸਨ। ਇਸ ਵੇਲੇ ਨਿੱਠ ਕੇ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਹੋਈ ਅਤੇ ਸਰਕਾਰਾਂ ਦੇ, ਕੇਂਦਰ ਸਰਕਾਰ ਦੇ ਕਾਰਪੋਰੇਟਾਂ ਹੱਥ ਪੂਰੇ ਦੇ ਪੂਰੇ ਮੁਲਕ ਨੂੰ ਗਹਿਣੇ ਧਰਨ ਦੇ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ ਅਤੇ ਆਗੂਆਂ ਨੇ ਪੱਖ ਰੱਖਿਆ ਕਿ ਸਾਡਾ ਗੁਜ਼ਾਰਾ ਤੇ ਸਿਰਫ ਇਹ ਖੇਤੀ ਕਾਨੂੰਨ ਇਕੱਲੇ ਰੱਦ ਕਰਕੇ ਹੀ ਨਹੀਂ, ਬਲਕਿ ਸਰਕਾਰ ਦਾ ਪਰ ਉਪਕਾਰੀ ਚਿਹਰਾ ਸਾਹਮਣੇ ਲਿਆ ਕੇ ਅਤੇ ਸਰਕਾਰਾਂ ਨੂੰ ਆਪਣੀ ਪਹੁੰਚ ਪਰ ਉਪਕਾਰੀ ਬਣਾ ਕੇ ਚੱਲਣ ਵਿੱਚ ਹੀ ਹੈ ਅਤੇ ਲੋਕਾਂ ਦੇ ਅੱਗੇ ਸਰਕਾਰ ਦੀ ਜਵਾਬਦੇਹੀ ਤੈਅ ਕਰਨਾ ਵੀ ਹੈ। ਉਹਨਾਂ ਨੇ ਹੋਰ ਬਹੁਤ ਸਾਰੇ ਕਾਨੂੰਨਾਂ ਦੀ ਨਿੰਦਿਆ ਵੀ ਕੀਤੀ ਅਤੇ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਜਿਹੇ ਮੌਕੇ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ ਅਤੇ ਖੇਤੀ ਨੂੰ ਬਚਾਉਣ ਦੀ ਅਤੇ ਖੇਤੀ ਨੂੰ ਪਰਉਪਕਾਰੀ ਢੰਗ ਨਾਲ ਬਚਾਉਣ ਦੀ ਗੱਲ ਵੀ ਕੀਤੀ। ਮੰਚ ਤੇ ਸੁਸ਼ੋਭਿਤ ਖੇਤੀ ਦੇ ਨਾਲ ਵੱਖਰੇ ਖੇਤਰਾਂ ਤੋਂ ਮਾਹਰ ਵਿਦਿਆਰਥੀ ਸਾਥੀਓ, ਮੇਰੇ ਕੋਲੀਗਸ, ਤੇ ਜਿਵੇਂ ਕਿ ਡਾਕਟਰ ਗੁਰਮੁਖ ਨੇ ਕਿਹਾ ਕਿ ਵੀ ਇਸ ਪ੍ਰੋਗਰਾਮ ਨੂੰ ਕਿਵੇਂ ਉਲੀਕਿਆ ਗਿਆ ਤੇ ਇਹ ਪ੍ਰੋਗਰਾਮ ਦਾ ਜਿਹੜਾ ਹੈਗਾ ਵਿਸ਼ਾ ਹੈ ਜਿਹੜਾ ਉਹ ਕਿਵੇਂ ਚੁਣਿਆ ਗਿਆ, ਤਾਂ ਮੈਂ ਉਹਦੇ ਬਾਰੇ ਇੱਕ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਵੀ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਉਲੀਕ ਰਹੇ ਸੀ ਤੇ ਸਾਡੇ ਵਿੱਚ ਇਸ ਗੱਲ ਦੀ ਇੱਕ ਭਖਵੀਂ ਸਾਡੀ ਆਪਸ ਦੇ ਵਿੱਚ ਵਿਚਾਰ ਚਰਚਾ ਹੋਈ ਕਿ ਜਿਹੜਾ ਇਹ ਟਾਈਟਲ ਹੈ ਨਵੇਂ ਖੇਤੀ ਕਾਨੂੰਨ, ਖੇਤੀ ਸੰਕਟ ਤੇ ਖੇਤੀ ਦੇ ਬਦਲਵੇਂ ਮਾਡਲ, ਇਹਦੇ ਵਿੱਚ ਖੇਤੀ ਸੰਕਟ ਕਿੱਥੇ ਆਵੇ? ਨਵੇਂ ਖੇਤੀ ਕਾਨੂੰਨਾਂ ਤੋਂ ਪਹਿਲਾਂ ਜਾਂ ਨਵੇਂ ਖੇਤੀ ਕਾਨੂੰਨਾਂ ਤੋਂ ਅਸੀਂ ਬਾਅਦ ਦੇ ਵਿੱਚ ਲੈ ਕੇ ਆਈਏ? ਤਾਂ ਇਹ ਇੱਕ ਆਰਡਰ ਵੀ ਕੀ ਇਹ ਅਸੀਂ ਕਿਹਦੀ ਚਰਚਾ ਕਰ ਰਹੇ ਹਾਂ ਕਿ ਵੀ ਜਿਹੜੇ ਇਹ ਖੇਤੀ ਕਾਨੂੰਨ ਨੇ ਇਹਨਾਂ ਦੇ ਨਾਲ ਕਿਹੜਾ ਸੰਕਟ ਖੜਾ ਹੋਣਾ ਹੈ, ਜਾਂ ਇਹ ਖੇਤੀ ਕਾਨੂੰਨ ਕਿਹੜੇ ਸੰਕਟ ਦੇ ਵਿੱਚੋਂ ਗੁਜ਼ਰਦਿਆਂ ਹੋਇਆਂ ਅਸੀਂ ਉੱਥੇ ਪਹੁੰਚੇ ਹਾਂ। ਜਦੋਂ ਅਸੀਂ 26 ਨਵੰਬਰ ਨੂੰ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਪਹੁੰਚਦੇ ਹਾਂ ਤਾਂ ਇਹ ਸਫ਼ਰ ਕਿੱਥੋਂ ਆਰੰਭ ਹੁੰਦਾ? ਤਾਂ ਇਹ ਸਾਡੀ ਚਰਚਾ ਦਾ ਇੱਕ ਭਰਵਾਂ ਵਿਸ਼ਾ ਸੀ ਕਿ ਕੀ ਉਹ ਜਿਹੜਾ ਹੈਗਾ ਆਰੰਭ ਹੁੰਦਾ ਇਹਨਾਂ ਖੇਤੀ ਕਾਨੂੰਨਾਂ ਤੋਂ ਹੀ ਆਰੰਭ ਹੁੰਦਾ, ਜਦੋਂ ਇਹ ਖੇਤੀ ਕਾਨੂੰਨ ਅਨਾਉਂਸ ਹੁੰਦੇ ਨੇ ਜਾਂ ਇਹ ਪਾਸ ਹੋਣ ਦਾ ਜਿਹੜਾ ਹੈਗਾ ਸਾਰੀ ਪ੍ਰਕਿਰਿਆ ਚੱਲਦੀ ਹੈ, ਵੀ ਕੀ ਉੱਥੋਂ ਆਰੰਭ ਹੁੰਦਾ, ਜਾਂ ਇਹ ਅਸੀਂ ਇਹਨੂੰ ਮਤਲਬ ਉਦਾਰਵਾਦੀ ਨੀਤੀਆਂ ਤੱਕ ਲੈ ਜਾਈਏ, ਅਸੀਂ WTO ਦੀ ਜਿਹੜਾ ਪਾਸ ਹੋਇਆ ਹੈ ਉੱਥੇ ਤੱਕ ਲੈ ਜਾਈਏ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹਨੂੰ 1980 ਦੇ ਸਾਡੀ ਜਿਹੜੀ ਅੱਧ-ਪਚੱਦੀ ਜਿਹੜੀ ਲਿਬਰਲਾਈਜੇਸ਼ਨ ਸੀਗੀ ਉਹਦੇ ਤੱਕ ਲੈ ਕੇ ਜਾਂਦੇ ਨੇ, ਤੇ ਕੁਝ ਲੋਕ ਤਾਂ ਇਹਨੂੰ ਸਾਡਾ ਜਿਹੜਾ ਆਜ਼ਾਦੀ ਦੇ ਸਮੇਂ ਦੇ ਉੱਤੇ ਜਿਹੜਾ ਮਾਡਲ ਸੀ, ਜਿਹੜਾ ਕਿ ਅਸੀਂ ਇੱਕ ਸਰਮਾਏਦਾਰੀ ਮਾਡਲ ਅਸੀਂ ਅਡਾਪਟ ਕੀਤਾ, ਤਾਂ ਕੁਝ ਲੋਕ ਤਾਂ ਉੱਥੋਂ ਹੀ ਇਸ ਗੱਲ ਦੀ ਸ਼ੁਰੂਆਤ ਕਰਦੇ ਹਨ। ਤਾਂ ਗੱਲ ਇਹ ਹੈ ਕਿ ਜਦੋਂ ਅਸੀਂ ਆਜ਼ਾਦੀ ਹਾਸਲ ਕਰਦੇ ਹਾਂ ਤਾਂ ਇੱਕ ਬੜਾ ਜਿਹੜਾ ਸੰਗਠਿਤ ਜਿਹਾ ਮਾਡਲ ਹੈ ਜਿਹੜਾ ਵੀ ਉਹ ਸਾਡੇ ਸਾਹਮਣੇ ਆਉਂਦਾ, ਜਿਹਦੇ ਵਿੱਚ ਕਿ ਸਰਕਾਰਾਂ ਨੇ ਬੜੇ ਸੰਗਠਿਤ ਤਰੀਕੇ ਦੇ ਨਾਲ ਮਤਲਬ ਭੋਜਨ ਸੁਰੱਖਿਆ ਦੀ ਗੱਲ ਕਰਦੀਆਂ ਨੇ ਤੇ ਉਹ ਇਸ ਗੱਲ ਬਾਰੇ ਚਰਚਾ ਕਰਦੀਆਂ ਨੇ ਕਿ ਵੀ ਜਦੋਂ ਜੇ ਅਸੀਂ ਆਮ ਲੋਕਾਂ ਵਾਸਤੇ ਅਸੀਂ ਭੋਜਨ ਸੁਰੱਖਿਆ ਹੈ ਜਿਹੜੀ ਵੀ ਉਹਦੇ ਵਿੱਚ ਅਸੀਂ ਭੋਜਨ ਸੁਰੱਖਿਆ ਨੂੰ ਹਾਸਲ ਕਰਨਾ ਹੈ, ਜਾਂ ਅਸੀਂ ਭੋਜਨ ਦੀ ਪੈਦਾਵਾਰ ਦੇ ਵਿੱਚ ਅਸੀਂ ਜਦੋਂ ਸੈਲਫ ਸਫੀਸ਼ੈਂਸੀ ਹੈ ਜਿਹੜੀ ਉਹਨੂੰ ਅਸੀਂ ਹਾਸਲ ਕਰਨਾ, ਤਾਂ ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦੇਣੀ ਬਹੁਤ ਜ਼ਰੂਰੀ ਹੈ ਵੀ ਤਾਂ ਕਿ ਜਿਹੜਾ ਹੈਗੀ ਇਹ ਪੈਦਾਵਾਰ ਹੈ ਇਹ ਉਤਸ਼ਾਹਿਤ ਰਹੇ ਤੇ ਲੋਕਾਂ ਨੂੰ ਜਿਹੜਾ ਹੈਗਾ ਵੀ ਉਹਨਾਂ ਨੂੰ ਜਿਹੜਾ ਭੋਜਨ ਹੈ ਉਹ ਇੱਕ ਅਫੋਰਡੇਬਲ ਰੇਟਸ ਦੇ ਉੱਤੇ ਮਿਲਦਾ ਰਹੇ। ਇਸ ਕਰਕੇ ਸਾਨੂੰ ਇੱਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹੜਾ ਵੀ ਉਹ ਵੀ ਚਾਹੀਦਾ ਹੈ। ਤਾਂ ਉਸ ਸਮੇਂ ਦੇ ਜਿਹੜੇ ਟੀਚੇ ਸੀਗੇ ਉਹ ਇਹ ਸੀਗੀ ਕਿ ਪ੍ਰੋਡਕਸ਼ਨ, ਅਵੇਲੇਬਿਲਿਟੀ ਤੇ ਐਕਸੈਸਿਬਿਲਿਟੀ, ਤੇ ਉਹਦੇ ਅਧੀਨ ਹੀ ਸਾਡੀਆਂ ਹੈਗੀਆਂ APMCs ਬਣਦੀਆਂ ਨੇ, ਉਹਦੇ ਅਧੀਨ ਹੀ ਜਿਹੜਾ ਹੈਗਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹੜਾ ਉਹ ਸਥਾਪਿਤ ਕੀਤਾ ਜਾਂਦਾ ਹੈ। ਤੇ ਹੌਲੀ ਸਰਕਾਰਾਂ ਨੇ ਜਿਹੜੀਆਂ ਉਹ ਟੀਚੇ ਨੂੰ ਡਾਇਲਿਊਟ ਕਰਦੀਆਂ ਇਸ ਸਾਰੇ ਕੁਛ ਜਿਹੜਾ ਇੰਟੈਗਰੇਟਿਡ ਸਿਸਟਮ ਹੈ ਉਹਦੇ ਵਿੱਚ ਪਾੜ ਪਾਣੀਆਂ ਸ਼ੁਰੂ ਕਰ ਦਿੰਦੀਆਂ ਨੇ। ਹਰ ਸਮੇਂ ਦੀਆਂ ਸਰਕਾਰਾਂ ਨੇ ਮਤਲਬ ਇਸ ਤਰੀਕੇ ਨਾਲ ਕੀਤਾ। 1980 ਦੀ ਲਿਬਰਲਾਈਜ਼ ਜਿਹੜੀ ਹੈਗੀ ਆ ਸੈਮੀ ਜੀ ਜਿਹੜੀ ਲਿਬਰਲਾਈਜੇਸ਼ਨ ਸੀਗੀ ਉਹਦੇ ਨਾਲ ਥੋੜਾ ਜਿਹਾ ਪਾੜ ਪਿਆ। 1991 ਦੀ ਜਿਹੜੀ ਫੁੱਲ ਫਲੈਜ ਲਿਬਰਲਾਈਜੇਸ਼ਨ ਸੀਗੀ ਉਹਨੇ ਵੀ ਇਸ ਸਿਸਟਮ ਨੂੰ ਜਿਹੜਾ ਹੈਗਾ ਅੰਦਰੋਂ ਖੋਰਾ ਪਾਇਆ।
ਯਾਨੀ ਕਹਿਣ ਦਾ ਭਾਵ ਇਹ ਹੈ ਕਿ ਵੀ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਪਹੁੰਚਦੇ ਹਾਂ ਤਾਂ ਉਦੋਂ ਤੱਕ ਅਸੀਂ ਕਾਫੀ ਲੜਾਈਆਂ, ਅੰਦਰੂਨੀ ਲੜਾਈਆਂ ਵੀ ਅਸੀਂ ਬੜੀਆਂ ਲੜ ਰਹੇ ਸੀਗੇ। ਕਿੰਨੀਆਂ ਹੀ ਇਹੋ ਜਿਹੀਆਂ ਲੜਾਈਆਂ ਜਿਹੜੀਆਂ ਕਿ ਅਸੀਂ ਇਹ ਕਹਿ ਦਿੰਦੇ ਹਾਂ ਕਿ ਵੀ ਸਾਡੀਆਂ ਲੜਾਈਆਂ ਚੱਲ ਰਹੀਆਂ ਸੀਗੀਆਂ, ਸ਼ਾਹੂਕਾਰ ਨਾਲ ਵੀ ਚੱਲ ਰਹੀਆਂ ਸੀ, ਸਾਡੀਆਂ ਬੈਂਕਾਂ ਨਾਲ ਵੀ ਚੱਲ ਰਹੀਆਂ ਸੀ, ਸਾਡੀਆਂ ਜਿਹੜੀਆਂ ਹੈਗੀਆਂ ਆਪਣੀਆਂ ਜਿਹੜੀ ਨੌਕਰਸ਼ਾਹੀ ਹੈ ਉਹਦੇ ਨਾਲ ਵੀ ਚੱਲ ਰਹੀਆਂ ਸੀ, ਬੇਜ਼ਮੀਨਿਆਂ ਦੀਆਂ ਜ਼ਮੀਨ ਵਾਲਿਆਂ ਨਾਲ ਚੱਲ ਰਹੀਆਂ ਸੀ। ਤੇ ਪਰ ਜਦੋਂ ਤਿੰਨਾਂ ਕਾਨੂੰਨਾਂ ਦਾ ਹੱਲਾ ਆਉਂਦਾ ਏ ਤਾਂ ਸਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਇਹ ਫਸਲ ਹੈ ਜਿਹੜੀ ਕਿਤੇ ਵੀ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਨੂੰ ਵੀ ਵੇਚਣ ਵਾਸਤੇ ਆਜ਼ਾਦ ਹੋ। ਤਾਂ ਉਸ ਸਮੇਂ ਸਾਨੂੰ ਸਹਿਜੇ ਹੀ ਲੱਗਦਾ ਵੀ ਇਹ ਤਾਂ ਉਹ ਆਜ਼ਾਦੀ ਹੈ ਵੀ ਜਿਹੜੀ ਸਰਮਾਏਦਾਰੀ ਦੇ ਵਿੱਚ ਕਿਸੇ ਵੀ ਕਿਰਤੀ ਨੂੰ ਆਪਣੀ ਕਿਸੇ ਨੂੰ ਵੀ ਆਪਦੀ ਕਿਰਤ ਵੇਚਣ ਵਾਲੇ ਵਾਸਤੇ ਹੁੰਦੀ ਆ। ਮਤਲਬ ਇਹ ਤਾਂ ਉਸ ਸਮੇਂ ਦੀ ਮਤਲਬ ਆਜ਼ਾਦੀ ਹੈ। ਇਹ ਆਜ਼ਾਦੀ ਉਹਨਾਂ ਸਾਧਨ ਵੀ ਹੋਣੇ ਲੋਕਾਂ ਵਾਸਤੇ ਹੈ ਨਹੀਂ ਜਿਨ੍ਹਾਂ ਦੇ ਕੋਲੇ ਇੰਨਾ ਭੂਮੀ ਹੈ, ਜਿਹਦੀ ਮੌਜੂਦਾ ਸਰਕਾਰ ਗੱਲ ਕਰਦੀ ਹੈ। ਉਹ 4L ਦੀ ਗੱਲ ਕਰਦੀ ਹੈ, ਲੈਂਡ, ਲੇਬਰ, ਲਾਅ, ਲਿਕੁਇਡਿਟੀ ਦੀ ਗੱਲ ਕਰਦੀ ਹੈ। ਉਹਨਾਂ ਕੋਲੇ ਤਾਂ ਕਿਸੇ ਵੀ ਕਿਸਮ ਦੇ ਸਾਧਨ ਹੈ ਨਹੀਂ, ਨਾ ਲਿਕੁਇਡਿਟੀ, ਨਾ ਉਹਨਾਂ ਕੋਲੇ ਲੈਂਡ। ਤੇ ਇਹ ਤਾਂ ਕਿਹਦੇ ਹੱਕ 'ਚ ਜਾਂਦੇ ਨੇ? ਇਹ ਕਾਰਪੋਰੇਟ ਜਗਤ ਦੇ ਹੱਕ ਵਿੱਚ ਜਾਂਦੇ ਨੇ। ਜਦੋਂ ਇਹਨਾਂ ਤਿੰਨਾਂ ਮਤਲਬ ਜਿਹੜਾ ਸਾਡਾ ਲਾਅ ਹੈ ਉਹ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਖੜਦਾ ਏ, ਜਿਹੜੇ ਇਹ ਕਾਨੂੰਨ ਨੇ ਉਹਨਾਂ ਲੋਕਾਂ ਦੇ ਪੱਖ ਵਿੱਚ ਖੜਦੇ ਨੇ ਜਿਨ੍ਹਾਂ ਕੋਲੇ ਲਿਕੁਇਡਿਟੀ ਵੀ ਹੈ। ਜੇ ਲੈਂਡ ਹੈ ਨਹੀਂ ਤਾਂ ਚਲੀ ਜਾਊਗੀ। ਤੇ ਇਸ ਟਾਈਪ ਦੀ ਜਦੋਂ ਅਸੀਂ ਕਾਰਗੁਜ਼ਾਰੀ ਨੂੰ ਅਸੀਂ ਸਪੋਰਟ ਕਰਦੇ ਹਾਂ ਤਾਂ ਅਸੀਂ ਬੜੇ ਸੋਹਣੇ ਸ਼ਬਦ ਵਰਤਦੇ ਹਾਂ। ਅਸੀਂ ਕਹਿੰਦੇ ਹਾਂ ਵੀ ਜਿਹੜੀ ਮੰਡੀ ਹੈ ਉਹ ਬੜੇ ਮਤਲਬ ਗ੍ਰੇਟਰ ਐਫੀਸ਼ੀਐਂਸੀ ਦਿੰਦੀ ਹੈ, ਉਹ ਗ੍ਰੇਟਰ ਜਿਹੜੀ ਹੈਗੀ ਆ ਪ੍ਰੋਡਕਟਿਵਿਟੀ ਦਿੰਦੀ ਹੈ, ਤੇ ਇਹ ਆਪਣੇ ਆਪ ਸਭ ਅੱਛਾ ਕਰ ਦੂਗੀ। ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੰਡੀ ਨੇ ਕਦੇ ਵੀ ਜਿਹੜੀਆਂ ਸਾਡੀਆਂ ਅਸਮਾਨਤਾਵਾਂ ਨੇ ਉਹ ਘਟਾਈਆਂ ਨਹੀਂ ਹੈਗੀਆਂ, ਬਲਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਧਾਇਆ ਹੈ। FCI ਨੂੰ ਤੇ APMC ਨੂੰ ਡਿਸਮੈਂਟਲ ਕਰਨ ਲੱਗਿਆਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਵੀ ਮਾਰਕੀਟਿੰਗ ਵਰਗੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਹੋ ਜਿਹੀ ਜਿਹੜੀ ਬੇਢਬੀ ਸੰਸਥਾ ਹੈ, ਬੇਢਬੀ ਜਨਤਕ ਸੰਸਥਾ ਹੈ। ਮਤਲਬ ਉਹਨਾਂ ਜਿਹੜਾ ਐਗਜ਼ੈਕਟ ਵਰਡ ਕੰਬਰਸਮ ਹੈ। ਤਾਂ ਮਤਲਬ ਬੜੀ ਬੇਢਬੀ ਸੰਸਥਾ ਜਿਹੜੀ ਹੈਗੀ ਜਨਤਕ ਸੰਸਥਾ ਹੈ, ਉਹਦੇ ਵੱਸ ਦਾ ਕੰਮ ਨਹੀਂ ਹੈਗਾ। ਫਿਰ ਇਹ ਕਿਹਦੇ ਵੱਸ 'ਚ ਆ? ਸੋਚਣ ਵਾਲੀ ਗੱਲ ਤਾਂ ਇਹ ਹੈ ਵੀ ਫਿਰ ਜੇ ਉਹਨਾਂ ਦੇ ਵੱਸ 'ਚ ਨਹੀਂ, ਐਡੀਆਂ ਵੱਡੀਆਂ ਜਨਤਕ ਸੰਸਥਾਵਾਂ ਜਿਹੜੀਆਂ ਕਿ ਨੈਸ਼ਨਲ ਲੈਵਲ ਤੇ ਕੰਮ ਕਰਦੀਆਂ ਨੇ, ਵੀ ਜੇ ਉਹਨਾਂ ਦੇ ਵੱਸ 'ਚ ਨਹੀਂ ਤਾਂ ਫਿਰ ਕਿਹਦੇ ਵੱਸ 'ਚ ਆ? ਵੀ ਤੁਹਾਨੂੰ ਪਤਾ ਹੈ ਕਿ ਇਸ਼ਾਰਾ ਹੈ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਵੱਲ ਹੈ। ਤਾਂ ਕਾਰਪੋਰੇਟ ਘਰਾਣਿਆਂ ਬਾਰੇ ਕਿਹਾ ਜਾਂਦਾ ਹੈ ਕਿ ਵੀ ਇਹ ਸਰਕਾਰ ਦੇ ਉੱਤੇ ਕੋਈ ਵਿੱਤੀ ਬੋਝ ਨਹੀਂ ਪਾਉਂਦੇ ਹੈਗੇ। ਪਰ ਇਹਦੇ ਗੱਲ 'ਚ ਕੋਈ ਹਰਜਾ ਨਹੀਂ ਕਿ ਵੀ ਜੇ ਉਹ ਇਸ ਤੇਜ਼ ਭੱਜਦੀ ਗੱਡੀ ਦੇ ਵਿੱਚੋਂ ਕੁਝ ਬੇਜ਼ਮੀਨੇ ਕਿਸਾਨਾਂ ਨੂੰ ਜਾਂ ਕੁਝ ਜਿਹੜੇ ਹੈਗੇ ਆ ਦੂਜੇ ਸਾਡੇ ਛੋਟੇ ਕਿਸਾਨ ਨੇ, ਸੀਮਾਂਤ ਕਿਸਾਨ ਨੇ, ਉਹਨਾਂ ਨੂੰ ਮਤਲਬ ਵਿੱਚੋਂ ਉਸ ਲੀਹ ਦੇ ਵਿੱਚੋਂ ਲਾਹ ਵੀ ਦੇਣ ਤੇ ਸਿੱਟ ਵੀ ਦੇਣ। ਤੇ ਕਿਉਂਕਿ ਜਿਹੜੀ ਲੈਂਡ, ਲਿਕੁਇਡਿਟੀ, ਪੈਸਾ ਤੇ ਜ਼ਮੀਨ ਉਹ ਸਾਡੇ ਇਸ ਕਾਰਪੋਰੇਟ ਸੈਕਟਰ ਨੂੰ ਹਰ ਸਮੇਂ ਆਪਣੀ ਸੇਵਾ ਦੇ ਵਿੱਚ ਹਾਜ਼ਰ ਚਾਹੀਦੀ ਹੈ। ਸਭ ਤੋਂ ਪਹਿਲਾਂ ਇਸ ਯੂਨੀਵਰਸਿਟੀ ਦੇ VC ਸਾਹਿਬ, ਉਹਨਾਂ ਦੀ ਟੀਮ ਜਿਨ੍ਹਾਂ ਨੇ ਇਸ ਮਗਦੇ ਵਿਸ਼ੇ ਤੇ ਗੱਲਬਾਤ ਲਈ ਸਾਰਿਆਂ ਨੂੰ ਇਕੱਠਿਆ ਕੀਤਾ, ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ। ਉਹ ਵਧਾਈ ਦੇ ਹੱਕਦਾਰ ਆ, ਕਿਉਂਕਿ ਅੱਜ ਜਿਹੜੇ ਇਹ 3 ਕਾਨੂੰਨ, MSP ਦਾ ਮੁੱਦਾ, ਪੋਲਿਊਸ਼ਨ ਦਾ ਕਾਨੂੰਨ, ਬਿਜਲੀ ਐਕਟ, ਇਹ ਸਾਰਾ ਕੁਝ ਜੋ ਲੈ ਕੇ ਆਂਦਾ ਜਾ ਰਿਹਾ, ਇਹ ਇਕੱਲਾ ਪਹਿਲਾਂ ਵੇਖਣ ਨੂੰ ਇਹ ਜਾਪਦਾ ਸੀ ਵੀ ਇਹ ਕਾਨੂੰਨ ਤੇ ਕਿਸਾਨੀ ਦੇ ਖਿਲਾਫ ਆ। ਇਹ ਕਾਨੂੰਨ ਤੇ ਸਿਰਫ ਕਿਸਾਨਾਂ ਦੀ ਜ਼ਮੀਨ ਖੋਹਦੇ ਆ। ਪਰ ਇਹ ਕਾਨੂੰਨ ਇਹ ਕਾਰਪੋਰੇਟ ਨੂੰ ਖੇਤੀ 'ਚ ਦਾਖਲ ਕਰਾਉਣਾ, ਉਹਨਾਂ ਦਾ ਜ਼ਮੀਨਾਂ ਤੇ ਕਬਜ਼ਾ ਕਰਾਉਣਾ। ਕਿਉਂਕਿ 1991 'ਚ ਜਦੋਂ ਨਰਸਿਮਹਾ ਰਾਓ ਨੇ ਇਹ ਨੀਤੀਆਂ ਨੂੰ ਹੌਲੀ-ਹੌਲੀ ਗੇਰ ਦਿੱਤਾ ਸੀ, ਉਦੋਂ ਇਹ ਗੱਲ ਇਹ ਸਾਰਾ ਪੈ ਗਈ ਸੀ ਕਿ ਜਿਹੜੇ ਕਾਰਪੋਰੇਟ ਆ, ਜਿਹੜੇ ਦਾਅਵਾ ਕਰਦੇ ਆ ਕਿ ਖੇਤੀ ਮਸ਼ੀਨਰੀ ਸਾਰੀ ਸਾਡੇ ਕੋਲ ਆ, ਜਿਹੜੇ ਦਾਅਵਾ ਕਰਦੇ ਆ ਕਿ ਖੇਤੀ ਦੇ ਲਈ ਜਿੰਨੇ ਬੀਜ ਆ ਉਹ ਸਾਡੇ ਕੋਲ ਆ, ਜਿਹੜੀਆਂ ਪੈਸਟੀਸਾਈਡ, ਇਨਸੈਕਟੀਸਾਈਡ, ਗੰਦ ਮਾਰਨ ਵਾਲੀਆਂ, ਕੀੜੇ ਮਾਰਨ ਵਾਲੀਆਂ ਦਵਾਈਆਂ ਉਹ ਸਾਡੀਆਂ ਫੈਕਟਰੀਆਂ ਬਣਾਉਂਦੀਆਂ। ਤੇ ਨਾਲ ਹੀ ਉਹ ਕਹਿੰਦੇ ਆ ਕਿ ਜਿਹੜਾ ਮਾਰਕੀਟ ਸਿਸਟਮ ਆ ਸੰਸਾਰ ਦਾ, ਸਾਰੇ ਸੰਸਾਰ ਦਾ ਮਾਰਕੀਟ ਮੰਡੀ ਦਾ ਸਿਸਟਮ ਉਹ ਸਾਡੇ ਕੋਲ ਆ।
ਪੈਸਾ ਸਾਡੇ ਕੋਲ ਆ, ਵਾਧੂ ਪਿਆ, ਪਰ ਇਹ ਪੈਸਾ ਜੇ ਖੇਤੀ 'ਚ ਇਨਵੈਸਟ ਹੋ ਜਾਏ, ਸਾਡੇ ਕੋਲ ਜ਼ਮੀਨ ਹੈ ਨਹੀਂ, ਜੇ ਜ਼ਮੀਨ ਸਾਡੇ ਕੋਲ ਆ ਜੇ ਤੇ ਫਿਰ ਜਿੱਥੇ ਉਹਨਾਂ ਦਾ ਇਹ ਪੈਸਾ ਇਹਦੇ 'ਚ ਇਨਵੈਸਟ ਹੋ ਜਾਂਦਾ, ਇਹਦੇ 'ਚ ਲੱਗ ਜਾਂਦਾ, ਤੇ ਖੇਤੀ ਦੀ ਪੈਦਾਵਾਰ, ਖੇਤੀ ਦਾ ਸੈਕਟਰ ਇਦਾਂ ਦਾ ਸੈਕਟਰ ਆ ਜਿਹੜੇ ਸੈਕਟਰ 'ਚ ਕਦੀ ਮੰਦੀ ਨਹੀਂ ਆ ਸਕਦੀ, ਜਿਹੜੇ ਸੈਕਟਰ 'ਚ ਲੱਗਾ ਪੈਸਾ ਲਗਾਤਾਰ ਵਧੂਗਾ, ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਜ਼ਮੀਨ 'ਚੋਂ ਪੈਦਾ ਕਰਦੇ ਹਾਂ ਉਹਨਾਂ ਜੇ ਪੈਦਾ ਨਾ ਹੋਣ ਤੇ ਫਿਰ ਜ਼ਿੰਦਗੀ ਸੰਭਵ ਨਹੀਂ। ਕਿਸਾਨ ਜ਼ਿੰਦਗੀ ਦੇਣ ਵਾਲੀ ਸ਼ੈ ਪੈਦਾ ਕਰਦਾ। ਜਦੋਂ ਬੱਚਾ ਜੰਮਦਾ, ਜਿਹੜਾ ਪਹਿਲਾ ਲੰਗੋਟ ਅਸੀਂ ਬੰਨ੍ਹਦੇ ਉਹਨੂੰ, ਉਹ ਵੀ ਕਿਸਾਨ ਦਾ ਨਰਮਾ ਕਪਾਹ ਧਾਗੇ ਦੇ ਰੂਪ ਤੋਂ ਬਾਅਦ ਫੈਕਟਰੀ 'ਚੋਂ ਬਣ ਕੇ ਨਿਕਲਦਾ। ਤੇ ਜਿੱਧਰ ਬੰਦਾ ਜਾਂਦਾ, ਜਿਹੜਾ ਖੱਫਣ ਉੱਤੇ ਦਿੰਦੇ ਆਪਾਂ, ਉਹ ਵੀ ਕਿਸਾਨ ਦੇ ਖੇਤ 'ਚੋਂ ਨਿਕਲ ਕੇ ਆਉਂਦਾ। ਜੰਮਣ ਤੋਂ ਲੈ ਕੇ ਮਰਨ ਤੱਕ ਸਾਡੀ ਹਰ ਲੋੜ ਦੀ ਪੂਰਤੀ ਇਹ ਜ਼ਮੀਨ ਕਰਦੀ ਹੈ। ਹੁਣ ਇਸ ਜ਼ਮੀਨ ਤੇ ਕਬਜ਼ਾ ਕਰਨ ਲਈ ਕੋਈ ਪਹਿਲਾ ਰਾਹ ਹੈ ਨਹੀਂ ਕਿ ਬੰਬ ਬੰਦੂਕਾਂ ਚਲਾਈਆਂ ਜਾਣ। ਹੁਣ ਬੰਬ ਬੰਦੂਕਾਂ ਚਲਾਉਣ ਦੀ ਥਾਂ ਤੇ ਕਾਨੂੰਨੀ ਰਸਤਾ ਅਖਤਿਆਰ ਕੀਤਾ ਗਿਆ, ਕਾਨੂੰਨ ਲਿਆਂਦੇ ਗਏ ਆ। ਹੁਣ ਤੁਸੀਂ ਅੰਦਾਜ਼ਾ ਲਾਓ, NRI ਭਰਾ ਬਾਹਰ ਬੈਠੇ ਆ, ਉਹ ਜ਼ਮੀਨ ਆਪਣੀ ਠੇਕੇ ਤੇ ਦੇ ਕੇ ਜਾਂਦੇ ਆ। ਇੱਥੇ ਵੀ ਜਿਹੜੇ ਕੋਈ ਨੌਕਰੀ ਪੇਸ਼ੇ ਵਾਲੇ ਲੋਕ ਆ, ਉਹ ਵੀ ਜ਼ਮੀਨ ਆਪਣੇ ਠੇਕੇ ਤੇ ਦੇ ਕੇ ਆਪਣੀ ਨੌਕਰੀ ਕਰ ਰਹੇ ਆ। ਇਹ ਕਾਨੂੰਨ ਕੀ ਕਹਿੰਦਾ? ਇਹ ਕਾਨੂੰਨ ਕਹਿੰਦਾ ਕਿ ਹੁਣ ਤੂੰ ਜਦੋਂ ਜ਼ਮੀਨ ਠੇਕੇ ਤੇ ਦੇਣੀ ਆ ਤੇ ਤੈਨੂੰ ਤਹਿਸੀਲਦਾਰ ਦੇ ਦਫ਼ਤਰ ਜਾਣਾ ਪੈਣਾ। ਉੱਥੇ ਜ਼ਮੀਨ ਲੈਣ ਵਾਲੇ ਤੇ ਜ਼ਮੀਨ ਦੇਣ ਵਾਲੇ ਦਾ ਕਰਾਰਨਾਮਾ ਹੋਊਗਾ। ਉਹ ਕਰਾਰਨਾਮਾ ਕਰੂਗਾ ਕਿ ਮੈਂ 50,000 ਨੂੰ ਕਿੱਲਾ ਇਹਨੂੰ ਠੇਕੇ ਤੇ ਦੇ ਰਿਹਾ, 5 ਕਿੱਲੇ ਮੈਂ ਇਹਨੂੰ 2.5 ਲੱਖ 'ਚ ਠੇਕੇ ਤੇ ਦੇ ਰਿਹਾ 1 ਸਾਲ ਲਈ। ਜੇ ਵੱਧ ਸਮੇਂ ਲਈ ਕਰਨਾ ਫਿਰ 2 ਸਾਲ ਲਈ, 3 ਸਾਲ ਲਈ, ਜਿੰਨੇ ਦਾ ਮਰਜ਼ੀ ਐਗਰੀਮੈਂਟ ਕਰ ਲਓ। ਸਭ ਤੋਂ ਪਹਿਲਾਂ ਅਸੀਂ ਖੇਤ ਮਜ਼ਦੂਰਾਂ ਦੇ ਵੱਲੋਂ ਇਸ ਵਿਸ਼ੇ ਦੇ ਉੱਤੇ ਮਜ਼ਦੂਰ ਨੁਮਾਇੰਦਿਆਂ ਨੂੰ ਵੀ ਥਾਂ ਦੇਣ ਦੇ ਲਈ, ਅੱਜ ਦੀ ਇਸ ਵਿਚਾਰ ਚਰਚਾ 'ਚ ਸ਼ਾਮਲ ਕਰਨ ਦੇ ਲਈ ਬਹੁਤ ਧੰਨਵਾਦੀ ਹਾਂ। ਪਹਿਲਾਂ ਵੀ ਇਹ ਪਿਰਤ ਜਿਹੜੀ ਆ ਪੰਜਾਬੀ ਯੂਨੀਵਰਸਿਟੀ ਦੀ ਰਹੀ ਹੈ ਕਿ ਇੱਕ ਮੌਕਾ ਸੀ ਜਦੋਂ ਖੇਤੀ ਦੇ ਸੰਕਟ ਨੂੰ ਜਾਂ ਪੇਂਡੂ ਖੇਤਰ ਦੇ ਸੰਕਟ ਨੂੰ ਸਿਰਫ ਕਿਸਾਨੀ ਸੰਕਟ ਦੇ ਨਾਂ ਦੇ ਨਾਲ ਪੇਸ਼ ਕੀਤਾ ਜਾਂਦਾ ਰਿਹਾ। ਤੇ ਅਸੀਂ ਇਸੇ ਯੂਨੀਵਰਸਿਟੀ ਦੇ ਵਿੱਚ ਆ ਕੇ ਵਿਦਵਾਨ ਦੋਸਤਾਂ ਦੇ ਸਾਹਮਣੇ ਬਹੁਤ ਸ਼ਿੱਦਤ ਦੇ ਨਾਲ ਇਹ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਕਿ ਇਸ ਸੰਕਟ ਦੀ ਮਾਰ ਖੇਤ ਮਜ਼ਦੂਰਾਂ ਤੇ ਮਾਲਕ ਕਿਸਾਨਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ, ਪਰ ਉਹਦਾ ਜ਼ਿਕਰ ਨਹੀਂ ਹੁੰਦਾ, ਉਹਦੀ ਚਰਚਾ ਨਹੀਂ ਹੁੰਦੀ, ਉਹਨੂੰ ਕਦੇ ਸਮਝਿਆ ਨਹੀਂ ਜਾਂਦਾ। ਤੇ ਇਸ ਯੂਨੀਵਰਸਿਟੀ ਨੇ ਇਹ ਪਿਰਤਾਂ ਨੂੰ ਹੋਰ ਅੱਗੇ ਵਧਾਇਆ ਕਿ ਇਸ ਸੰਕਟ ਨੂੰ ਉਭਾਰਨ ਦੇ ਵਿੱਚ ਵੀ ਚਾਹੇ ਇਹਨਾਂ ਦੇ ਸਰਵੇ ਹੋਣ। ਸੋ ਅੱਜ ਫੇਰ ਇਸ ਵਿਸ਼ੇ ਤੇ ਚਰਚਾ 'ਚ ਸ਼ਾਮਲ ਕਰਨ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਗਲੀ ਗੱਲ, ਜਿੱਥੋਂ ਤੱਕ ਖੇਤੀ ਕਾਨੂੰਨਾਂ ਦੇ ਅਸਰਾਂ ਦਾ ਸਵਾਲ ਆ, ਮੈਂ ਬਹੁਤ ਹੀ ਲੰਮੀ ਚੌੜੀ ਇਹਦੇ ਸੰਬੰਧ 'ਚ ਗੱਲ ਨਹੀਂ ਕਰਨੀ। ਤੁਸੀਂ ਬਹੁਤ ਸਾਰੇ ਜਾਣਦੇ ਹੋ ਕਿ ਇਹ ਕਾਨੂੰਨਾਂ ਦੇ ਅਸਰ ਸਿਰਫ ਜ਼ਮੀਨ ਮਾਲਕ ਕਿਸਾਨੀ ਤੱਕ ਸੀਮਿਤ ਨਹੀਂ, ਇਹ ਹਰ ਉਸ ਮਨੁੱਖ ਤੱਕ ਅਸਰ ਪਹੁੰਚਾਉਣ ਵਾਲੇ ਆ ਜਿਹਦੇ ਇੱਕ ਪੇਟ ਲੱਗਿਆ ਹੋਇਆ, ਜਿਹਦੇ ਇੱਕ ਮੂੰਹ ਲੱਗਿਆ ਹੋਇਆ ਖਾਣ ਦੇ ਵਾਸਤੇ। ਤੇ ਇਹਦੀ ਸਭ ਤੋਂ ਵੱਧ ਮਾਰ ਆ ਜਿਹੜੀ, ਉਹ ਖੇਤ ਮਜ਼ਦੂਰ ਆ ਜਾਂ ਸ਼ਹਿਰੀ ਗਰੀਬ ਆ, ਉਹਨਾਂ ਦੇ ਉੱਤੇ ਸਭ ਤੋਂ ਵੱਧ ਪੈਣ ਜਾ ਰਹੀ ਆ। ਸਾਡੇ
ਦੇਸ਼ ਦੇ ਹਾਕਮਾਂ ਵੱਲੋਂ ਸੰਨ 47 ਤੋਂ ਲੈ ਕੇ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਸਿੱਟਾ ਹੈ ਕਿ ਇੰਨੇ ਵਰ੍ਹਿਆਂ ਦੇ ਬਾਵਜੂਦ ਤੇ ਸਾਡੇ ਪੰਜਾਬ ਦਾ ਇੱਕ ਅਗਾਂਹਵਧੂ ਫਲਸਫਾ ਹੋਣ ਦੇ ਬਾਵਜੂਦ ਅਸੀਂ ਜਾਤ ਪਾਤ ਦੇ ਚੱਕਰ ਚੋਂ ਅੱਜ ਵੀ ਨਿਕਲ ਨਹੀਂ ਸਕੇ। ਇਸ ਕਰਕੇ ਜਦੋਂ ਇਸ ਤਬਕੇ ਦੀ ਗੱਲ ਹੁੰਦੀ ਹੈ ਤਾਂ ਬਹੁਤ ਵੱਡਾ ਹਿੱਸਾ ਖੇਤੀ ਦੇ ਸੰਕਟ ਨੂੰ, ਮਜ਼ਦੂਰਾਂ ਦਾ ਸੰਕਟ ਇਸ ਕਰਕੇ ਨਹੀਂ ਸਮਝਦਾ ਕਿ ਦਲਿਤ ਆ, ਇਹ ਚੌਥੇ ਪੌੜੇ ਵਾਲੇ ਆ, ਇਹਨਾਂ ਨਾਲ ਨੀਵੇਂ ਦਰਜੇ ਦਾ ਸਲੂਕ ਆ ਜਿਹੜਾ ਉਹ ਕਰਨਾ ਸਾਡਾ ਜਨਮਸਿੱਧ ਅਧਿਕਾਰ ਆ। ਪਰ ਹੁਣ ਕਿਸਾਨ ਘੋਲ ਦੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਬੈਨਰਾਂ ਤੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਬਹੁਤ ਜ਼ੋਰ ਨਾਲ ਗੂੰਜਣ ਲੱਗਿਆ ਤੇ ਮਜ਼ਦੂਰਾਂ ਦੀ ਚਰਚਾ ਵੀ ਹੋਣ ਲੱਗੀ ਹੈ। ਭਗਤ ਸਿੰਘ ਨੇ ਅਛੂਤ ਦੇ ਸਵਾਲ ਬਾਰੇ ਆਪਣੇ ਆਰਟੀਕਲ 'ਚ ਲਿਖਿਆ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਇੱਕ ਇਤਰਾਜ਼ ਰਹਿੰਦਾ ਹੈ ਕਿ ਸਾਡੇ ਨਾਲ ਬਾਹਰਲੇ ਮੁਲਕਾਂ ਦੇ ਲੋਕ ਆ ਜਿਹੜੇ ਉਹ ਚੰਗਾ ਸਲੂਕ ਨਹੀਂ ਕਰਦੇ, ਪਰ ਅਸੀਂ ਖੁਦ ਜਿਹੜੇ ਲੋਕ ਆ ਜਿਹੜੇ ਅੰਗਰੇਜ਼ਾਂ ਤੋਂ ਆਜ਼ਾਦੀ ਚਾਹੁੰਦੇ ਆ, ਅਸੀਂ ਦਲਿਤਾਂ ਨੂੰ ਬੰਦੇ ਨਹੀਂ ਸਮਝਦੇ। ਜੇ ਉਹ ਕਿਸੇ ਤਲਾਅ ਨੂੰ ਹੱਥ ਲੈਣ ਤਾਂ ਪਾਣੀ ਦੂਸ਼ਿਤ ਹੋ ਜਾਂਦਾ ਹੈ। ਤੇ ਉਹਨੇ ਬਹੁਤ ਸਟੀਕ ਸਵਾਲ ਖੜਾ ਕੀਤਾ ਸੀ ਕਿ ਜਿਹੜੇ ਲੋਕ ਆਪ ਤੋਂ ਨੀਵਿਆਂ ਨੂੰ ਜਾਂ ਜਿਹੜੇ ਤੁਹਾਡੇ ਅਧੀਨ ਆ, ਜੇ ਤੁਸੀਂ ਉਹਨਾਂ ਨੂੰ ਬਰਾਬਰੀ ਜਾਂ ਆਜ਼ਾਦੀ ਦੇਣ ਦਾ ਹੌਸਲਾ ਨਹੀਂ ਕਰਦੇ ਤਾਂ ਤੁਹਾਨੂੰ ਕੋਈ ਅਧਿਕਾਰ ਨਹੀਂ ਕਿ ਤੁਸੀਂ ਇਸ ਕਿਸਮ ਦੇ ਸਵਾਲ ਖੜੇ ਕਰੋ। ਇਸ ਕਰਕੇ ਕਿਸਾਨ ਲੀਡਰਾਂ ਸਾਹਮਣੇ ਵੀ ਸਾਡੀ ਬਹੁਤ ਜ਼ੋਰਦਾਰ ਗੁਜ਼ਾਰਿਸ਼ ਹੈ ਕਿ ਇਸ ਸਵਾਲ ਨੂੰ ਬਹੁਤ ਗੰਭੀਰਤਾ ਨਾਲ ਸੰਬੋਧਿਤ ਹੋਣ ਦੀ ਅੱਜ ਵੀ ਲੋੜ ਆ। ਕਾਫੀ ਹੋਇਆ, ਪਰ ਇਹ ਤੋਂ ਵੱਧ ਕਰਨ ਦੀ ਲੋੜ ਹੈ। ਅਸੀਂ MSP ਦੀ ਜਦੋਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ MSP ਹੋਣਾ ਤੇ ਉਹਦੀ ਖਰੀਦ ਹੋਣੀ, ਜੇ ਸਿਰਫ ਇੱਥੋਂ ਤੱਕ ਗੱਲ ਸੀਮਿਤ ਰਹਿੰਦੀ ਹੈ ਤਾਂ ਇਹ ਗੱਲ ਅਧੂਰੀ ਆ। ਜਿੰਨਾ ਚਿਰ ਅਸੀਂ ਨਾਲ ਜਨਤਕ ਵੰਡ ਪ੍ਰਣਾਲੀ ਦੀ ਗੱਲ ਨਹੀਂ ਕਰਦੇਗੇ, ਕਿਉਂਕਿ ਜੇ ਅਸੀਂ ਖਾਦ ਖੁਰਾਕ ਵਸਤਾਂ ਦੀ MSP ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਕਣਕ ਦਾ ਰੇਟ ਉੱਥੇ ਪਹੁੰਚ ਸਕਦਾ ਜਿਹੜਾ ਇੱਕ ਮਜ਼ਦੂਰ ਵਰਗ ਆ ਜਿਹੜਾ ਉਹ ਖਰੀਦ ਨਹੀਂ ਸਕਦਾਗਾ, ਖਾ ਨਹੀਂ ਸਕਦਾਗਾ। और जो संयुक्त किसान मोर्चा जिसने पूरे भारतवर्ष के किसानों को एक जीने की राह दिखाई है, उसके बहुत सम्मानीय लीडर यहाँ पर आदरणीय राज्यपाल जी, आदरणीय उग्राहा जी, इस तरह बहुत सारे हमारे यहाँ पर जो हमें आज गर्व की बात है हमारे लिए। और इसके साथ ही पूरी दुनिया में जो किसानों की आवाज़ उठाते हैं आदरणीय देवेंद्र शर्मा जी, जो एक विशेषज्ञ भी है और पूरी दुनिया में आवाज़ माना जाता है इनको किसानों बागवानों की। मैं हरीश चौहान, हिल स्टेट हॉर्टिकल्चर फोरम, जो कि कश्मीर, हिमाचल, उत्तराखंड की एक जॉइंट फोरम है, खासकर एप्पल ग्रोइंग फोरम, उसका भी कन्वीनर हूँ। फल सब्जी एवं फूल उत्पादक संघ हिमाचल का अध्यक्ष हूँ। और संयुक्त किसान मंच, जैसे ये इस वक्त हमारा पूरे भारतवर्ष का एक संयुक्त किसान मोर्चा है, उस तरह हिमाचल में भी एक मंच बना हुआ है, सभी ऑर्गेनाइजेशंस उसमें जुड़ी हुई है, उसका भी मैं जो है वहाँ पर संयोजक हूँ। और मेरा सौभाग्य है कि आज पंजाबी यूनिवर्सिटी ने मुझे भी यहाँ पर अपनी बात रखने का जो ये मौका दिया है। आप सबके सामने कुछ ऐसी बातें हैं कि हिमाचल प्रदेश एक हिमालय राज्य है, छोटा सा राज्य है, सेब उत्पादक राज्य है। आपने कुछ दिनों पहले देखा होगा, सुना होगा, खासकर न्यूज़ चैनल्स में या फेसबुक के माध्यम से, सोशल मीडिया के माध्यम से, कि सेब के दाम जो है पूरी तरह से क्रैश हो गए थे, जिसका सीधा नुकसान हिमाचल के हम बागवानों को सहना पड़ा है। और उसका जो कारण मैं आज आप लोगों को बताना चाहता हूं, वो कारण एक बहुत बड़ा कारण है जिसके लिए
हमारे ये लीडर्स और हमारे किसान देश की राजधानी के बॉर्डर पर लगभग 1 साल से बैठे, 11 महीने से बैठे हैं, उसका सीधा सा नतीजा हम भुगत रहे हैं। हिमाचल का किसान बागवान, खासकर सेब का किसान बागवान, मेरे हिमाचल में पिछले 11 वर्षों से अदानी जैसे ग्रुप काम कर रहे हैं वहां पर सेब का, और उसके साथ रिलायंस है, मदर डेयरी है, बहुत सारी कंपनीज जो है, बिग बास्केट है, इस तरह की कंपनियां, बहुत सारी कंपनियां काम कर रही है। जब वो कंपनियां शुरू में आई, उस वक्त उन कंपनियों के जो रेट थे वो इतने ज्यादा रेट थे कि हम लोग जो है इतने खुश हो गए थे कि भी हमारे सेब का तो भविष्य ही बदल गया है और हम लोग तो जो है बहुत अच्छा जीवन अपना जी सकते हैं, क्योंकि वो हमारे घर द्वार पर वहां पर सेब खरीद रहा था और वहीं पर हमें पैसे भी वहीं समय पर दे रहा था। तो हमें लगा कि बहुत अच्छा हमारा जीवन कटने वाला है। लेकिन जैसे जैसे समय बीतता गया, जो ये 3 कृषि कानून है, इसका असर हमें भी दिखने लगा, अब दिखने लगा। पिछले वर्ष जो सेब का मूल्य है, खासकर अमूमन उनका जो दाम तय करने की तिथि होती है, क्योंकि जो लो हाइट्स का सेब आता है वो स्टोर कैपेसिटी का सेब नहीं होता। देखिए अब बहुत सारी व्यवस्थाएं पूरी दुनिया में बदल गई है, यानी कि अब जो कोल्ड स्टोरेज होते थे यहाँ पर भी, पंजाब हरियाणा या इधर यूपी में जो कोल्ड स्टोर होते थे वो कोल्ड स्टोर होते थे, लेकिन अब सीए स्टोर हो गए हैं, जिसमें कंट्रोल्ड एटमॉस्फेयर स्टोर जो है टेम्परेचर को पूरी तरह से जो है कंट्रोल किया जाता है, और उसे जो है कोई भी वस्तु, जैसे कि हमारा सेब है, उसे जो है 1 वर्ष तक भी आप उसमें स्टोर कर सकते हैं। ये व्यवस्था है। जब हमारा सेब, यानी कि आप समझिए जुलाई में शुरू होता है, तो वो शुरुआत होती है, वो स्टोर कैपेसिटी का सेब नहीं होता, लेकिन अगस्त का जो सेब होता है उसको आप पूरे वर्ष तक जो है वो स्टोर कर सकते हैं। तो जब वो 20-25 अगस्त के बाद अदानी, अंबानी, जो ये कंपनीज है, यानी कि बिग बास्केट है या आपकी अदानी कंपनीज है, ये अपने रेट तय करती है, खासकर अगस्त के आखिरी हफ्तों में। पिछले 2 साल से इसका सीधा असर हमें देखने को मिला है। जब उन्होंने हमारे को आदी बना दिया सेब उन्हें देने का, तो उससे जो है उन्होंने अपना रेट जब तय करना शुरू किया, इस वर्ष का मैं एग्जांपल आपको दे सकता हूं, सीधा सा उदाहरण है। पिछले वर्ष 88 रुपए किलो सेब जो है ए ग्रेड लिया जाता था, 88 रुपए, और वही सेब इस बार जो है उन्होंने 72 रुपए रेट खोला, यानी कि सीधा ही 16 रुपए किलो कम। भाई चांसलर साहब मंच ते बहुत ही सूझवान और बहुत रेवोल्यूशनरी रोल प्ले करने वाले किसान लीडर्स, हाल दे विच बैठे बहुत ही सूझवान अध्यापक विद्यार्थी साथियों, ये बहुत ही माण वाली गल है कि अज का जो फंक्शन हो रहा है ਉਹਦੇ ਵਿੱਚ शामिल होना, तो मेरियां तो इस हाल नाल बहुत यादां जुड़ियां होईयां ने। पता नहीं मैं कितनी बारी इस हाउस दे विच अध्यापकां नूं, विद्यार्थियों नूं और दूजी यूनिवर्सिटियां दे खोजार्थियों नूं एड्रैस किया होएगा। और ये पंजाबी यूनिवर्सिटी की प्रथा है। पंजाबी यूनिवर्सिटी की प्रथा ये है कि ये यूनिवर्सिटी हमेशा लोकां नाल जुड़ी हुई रहिंदी है। कुलदीप हुणी 60s 70s 80s 90s की गल कर रहे सीगे। इस खिते दे विच जिन्नियां भी मूवमेंट इस पीरियड दे विच चलियां, कोई सहमत होवे या ना सहमत होवे, ਉਹਦੇ 'ਚ पंजाबी यूनिवर्सिटी के अध्यापकों का, खोजार्थियों का, विद्यार्थियों का अहम रोल रहा। और इत्थे जिहड़ी प्रथा है गोश्त की, गलबात की, वो बड़ी प्रबल रही है। तो इस करके ये कंटीन्यूटी जो बंदा देखता है तो सिर जड़ा माण नाल उच्चा हो जाता है कि यूनिवर्सिटी जिहड़ी है कितनी कंसर्नड है, इत्थों के अध्यापक, इत्थों के एडमिनिस्ट्रेटर जिहड़े ने वो कितने कंसर्नड ने बौद्धिक विकास के वास्ते। तो दूसरी गल यह है कि इस तो भी वध माण वाली गल है कि अज जिहड़े हिस्टरी मेकर ने, जिहड़े इतिहास सिरज रहे ने दिल्ली दीआं बरूहां ते, पंजाब तो मोबिलाइजेशन शुरू करके हरियाणे चले जाना, फिर उत्तराखंड, यूपी,
ਮੱਧ ਪ੍ਰਦੇਸ਼, ਸਾਰੇ ਹਿੰਦੁਸਤਾਨ ਦੇ ਵਿੱਚ ਇਸ ਮੂਵਮੈਂਟ ਦਾ ਪਸਾਰਾ ਕਰਨ ਵਾਲੇ ਜੋ ਮੂਵਮੈਂਟ ਅਸਰਈਏ ਨੇ, ਉਹਨਾਂ ਦਾ ਇੱਥੇ ਬੈਠੇ ਹੋਣਾ ਤੇ ਉਹਨਾਂ ਦੇ ਸਾਹਮਣੇ ਬੋਲਣਾ ਜਿਹੜਾ ਹੈ ਉਹ ਉਸ ਤੋਂ ਵੀ ਮਹੱਤਵਪੂਰਨ ਗੱਲ ਹੈ। ਔਰ ਇਹ ਬੜੀ ਫਖਰ ਵਾਲੀ ਗੱਲ ਹੈ ਕਿ ਅੱਜ ਅਸੀਂ ਉਸ ਮੂਵਮੈਂਟ ਦੀ ਗੱਲ ਹੀ ਨਹੀਂ ਕਰ ਰਹੇ, ਅਸੀਂ ਉਸ ਤੋਂ ਅੱਗੇ ਕਿੱਧਰ ਨੂੰ ਜਾਣਾ ਹੈ ਉਹਦੀ ਗੱਲ ਵੀ ਕਰਨ ਜਾ ਰਹੇ ਹਾਂ। ਸੋ ਇਹ ਕੁਛ ਇੱਕ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਦੀ ਮਹੱਤਤਾ ਨੂੰ ਔਰ ਇਹਨਾਂ ਵਿਸ਼ਿਆਂ ਨੂੰ ਇੰਪੋਰਟੈਂਟ ਬਣਾ ਦਿੰਦੀ ਆ। ਜਿਵੇਂ ਇਹ ਵਿਸ਼ਾ ਮਿਥਿਆ ਗਿਆ, 3 ਕਾਨੂੰਨ, ਖੇਤੀ ਸੰਕਟ ਔਰ ਬਦਲਵੇਂ ਮਾਡਲ, ਇਹਦੇ ਵਿੱਚ ਖੇਤੀ ਸੈਂਟਰ 'ਚ ਰੱਖੀ ਗਈ, ਸੰਕਟ ਜੋ ਹੈ ਸੈਂਟਰ ਵਿੱਚ ਕੇਂਦਰਿਤ ਕੀਤਾ ਗਿਆ ਹੈ, ਔਰ ਕਾਨੂੰਨ ਔਰ ਬਦਲਵੇਂ ਜਿਹੜੇ ਮਾਡਲ ਨੇ ਉਹ ਇਹਦੇ ਦੁਆਲੇ ਬਿਲਡ ਕੀਤੇ ਗਏ ਨੇ। ਇਸ ਕਰਕੇ ਇਹਨੂੰ ਜਿਹੜੀ ਇਹਦੀ ਇੰਪੋਰਟੈਂਸ ਸਮਝਣ ਦੀ ਜ਼ਰੂਰਤ ਹੈ ਕਿ ਸੰਕਟ ਨੇ ਕਿਵੇਂ ਇਹ ਕਾਨੂੰਨ ਲਿਆਂਦੇ ਤੇ ਕਿਵੇਂ ਇਹ ਸੰਕਟ ਸਾਨੂੰ ਮਜਬੂਰ ਕਰ ਰਿਹਾ ਕਿ ਅਸੀਂ ਭਵਿੱਖ ਬਾਰੇ ਗੰਭੀਰ ਹੋਈਏ, ਚੇਤਨ ਹੋਈਏ ਔਰ ਉਹਦੇ ਬਾਰੇ ਬੜੀ ਸੂਝ-ਬੂਝ ਦੇ ਨਾਲ ਸੁਸਾਇਟੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੀਏ। ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ 1-2 ਗੱਲਾਂ ਆਪਣੇ ਸਬਜੈਕਟ ਦੇ ਡਿਫੈਂਸ ਵਿੱਚ ਕਰਨੀਆਂ ਚਾਹੁੰਦਾ, ਕਿਉਂਕਿ ਮੇਰੇ ਤੋਂ ਪਹਿਲਾਂ ਸ਼ਰਮਾ ਜੀ ਨੇ ਕੁਛ ਐਸੀਆਂ ਗੱਲਾਂ ਕੀਤੀਆਂ ਜਿਹਦੇ 'ਚੋਂ ਲੱਗਦਾ ਕਿ ਜਿਹੜਾ ਇਕਨੋਮਿਕਸ ਦਾ ਡਿਸਿਪਲਿਨ ਹੈ ਉਹ ਮਰਿਆ ਪਿਆ, ਸੁੱਤਾ ਪਿਆ, ਉਹ 'ਚ ਪ੍ਰਗਤੀ ਨਹੀਂ ਹੋ ਰਹੀ, ਵਿਕਾਸ ਨਹੀਂ ਹੋ ਰਿਹਾ। ਜੇ ਇਸ ਬਹਿਸ ਨੂੰ ਦੇਖਿਆ ਜਾਵੇ ਜਿਹੜੀ ਕਿ 3 ਕਾਲੇ ਕਾਨੂੰਨਾਂ ਤੋਂ ਬਾਅਦ ਸ਼ੁਰੂ ਹੋਈ ਹੈ, ਉਸ ਬਹਿਸ ਦੇ ਵਿੱਚ ਨਿਓ ਲਿਬਰਲ ਥਿੰਕਿੰਗ ਜਿਹੜੀ ਹੈ ਉਹ ਇੰਪੋਰਟੈਂਟ ਹੈ। ਨਿਓ ਲਿਬਰਲ ਥਿੰਕਿੰਗ ਦੇ 3 ਪਿੱਲਰ ਨੇ, ਉਹਨਾਂ ਪਿੱਲਰਸ ਨੂੰ ਦੇਖਣ ਦੀ ਲੋੜ ਹੈ। ਇੱਕ ਪਿੱਲਰ ਹੈ US ਟ੍ਰੇਜਰੀ ਔਰ ਗਵਰਨਮੈਂਟ, ਦੂਜਾ ਪਿੱਲਰ ਹੈ ਮਲਟੀਨੈਸ਼ਨਲ ਕਾਰਪੋਰੇਸ਼ਨਸ, ਤੀਜਾ ਪਿੱਲਰ ਹੈ IMF ਐਂਡ ਵਰਲਡ ਬੈਂਕ। ਇਹ 3 ਸੰਸਥਾਵਾਂ ਨੇ ਵਾਸ਼ਿੰਗਟਨ ਕੰਸੈਂਸਸ ਬਿਲਡ ਕੀਤਾ, ਜਿਹਦੇ ਆਧਾਰ ਦੇ ਉੱਤੇ, ਬੇਸਿਸ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਇੱਕ ਨਿਓ ਲਿਬਰਲ ਮਾਡਲ ਬੜੇ ਜ਼ੋਰ ਨਾਲ ਲਾਗੂ ਕੀਤਾ ਗਿਆ। ਤੋ ਉਸ ਮਾਡਲ ਦੇ ਕੁਝ ਆਊਟਕਮਸ ਨੇ ਜਿਨ੍ਹਾਂ ਕਰਕੇ ਬਹੁਤ ਸਾਰੇ ਸੰਕਟ ਪੈਦਾ ਹੋ ਰਹੇ ਨੇ। ਰਿਸੈਸ਼ਨ ਦੁਨੀਆ ਦੇ ਵਿੱਚ ਕੰਟੀਨਿਊ ਕਰ ਰਿਹਾ ਹੈਗਾ, ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਫੈਲ ਰਹੀ ਹੈ, ਉਹਦਾ ਹੱਲ ਕਿਸੇ ਤਰ੍ਹਾਂ ਨਿਕਲ ਨਹੀਂ ਰਿਹਾ। ਸੋ ਇਹ ਬਹੁਤ ਸਾਰੀਆਂ ਫਾਲਆਊਟਸ ਨੇ ਉਹਦੀਆਂ ਜਿਹੜੀਆਂ ਦੇਖਣ 'ਚ ਆਉਂਦੀਆਂ ਨੇ, ਔਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ, ਪੱਤਰਕਾਰਾਂ ਨੂੰ, ਬਹੁਤ ਸਾਰੇ ਸਟੂਡੈਂਟਸ ਨੂੰ, ਨਾਨ ਇਕਨੋਮਿਕਸ ਦੇ ਵਿਦਿਆਰਥੀਆਂ ਨੂੰ ਲੱਗਦਾ ਕਿ ਸ਼ਾਇਦ ਇਹੀ ਇਕਨੋਮਿਕਸ ਹੈ। ਇਹਦੇ ਮੁਕਾਬਲੇ ਦੇ ਵਿੱਚ ਇੱਕ ਬਦਲਵੀਂ ਇਕਨੋਮਿਕਸ ਹੈ ਜੋ ਲਗਾਤਾਰ ਚੱਲਦੀ ਰਹਿੰਦੀ ਹੈ। ਉਹ ਬਦਲਵੀਂ ਇਕਨੋਮਿਕਸ ਇਹ ਹੈ ਕਿ ਐਡਮ ਸਮਿਥ ਨੇ ਕੰਪੀਟੀਟਿਵ ਕੈਪੀਟਲਿਜ਼ਮ ਦੀ ਗੱਲ ਕੀਤੀ ਕਿ ਜਿਹੜਾ ਸਰਮਾਏਦਾਰੀ ਮਾਡਲ ਹੈ ਉਹ 'ਚ ਕੰਪੀਟੀਸ਼ਨ ਹੁੰਦਾ ਹੈ। ਕੰਪੀਟੀਸ਼ਨ ਦੇ ਵਿੱਚ ਦੋਵੇਂ ਤਰ੍ਹਾਂ, ਵੇਚਣ ਵਾਲਿਆਂ ਵਿੱਚ ਵੀ ਕੰਪੀਟੀਸ਼ਨ ਹੈ, ਖਰੀਦਣ ਵਾਲਿਆਂ 'ਚ ਵੀ ਕੰਪੀਟੀਸ਼ਨ ਹੈ, ਔਰ ਜਿਹੜੀ ਕੀਮਤ ਹੈ ਉਹ ਪ੍ਰੋਡਿਊਸਰ ਨੂੰ ਠੀਕ ਮਿਲਦੀ ਹੈ, ਕੰਜ਼ਿਊਮਰ ਨੂੰ ਠੀਕ ਪ੍ਰਾਈਸ 'ਤੇ ਉਹ ਚੀਜ਼ ਮਿਲ ਜਾਂਦੀ ਹੈ। ਇਹ ਮਾਡਲ ਜੋ ਹੈ ਇਹ 200 ਸਾਲ ਪਹਿਲਾਂ ਜਿਹੜਾ ਹੈ ਖਤਮ ਹੋ ਚੁੱਕਿਆ। ਉਹਦੀ ਜਗ੍ਹਾ ਹੌਲੀ ਹੌਲੀ ਕੰਪੀਟੀਸ਼ਨ ਨੂੰ ਰਿਪਲੇਸ ਕਿਹਨੇ ਕੀਤਾ? ਉਹ ਰਿਪਲੇਸ ਮੋਨੋਪੋਲਾਈਜੇਸ਼ਨ ਦੀ ਟੈਂਡੈਂਸੀ ਨੇ ਕੀਤਾ। ਔਰ 60ਵਿਆਂ ਦੇ ਵਿੱਚ ਬਹੁਤ ਮਹੱਤਵਪੂਰਨ ਜਿਹੜਾ ਅਧਿਐਨ ਜਿਹੜੇ ਸਾਹਮਣੇ ਆਏ, ਕਿਤਾਬਾਂ ਸਾਹਮਣੇ ਆਈਆਂ, ਉਹਨਾਂ ਨੇ ਕਿਹਾ ਕਿ ਅਸੀਂ ਵੀ ਹੈਵ ਐਂਟਰਡ ਦਾ ਏਜ ਆਫ ਮੋਨੋਪੋਲੀਜ਼। ਤੋ ਇਹ ਸਾਰੀ ਡਿਬੇਟ ਦੇ ਵਿੱਚ, ਇਨਕਲੂਡਿੰਗ ਗਵਰਨਮੈਂਟ ਦੇ ਡਿਫੈਂਸ ਦੇ ਵਿੱਚ, ਔਰ ਬਹੁਤ ਸਾਰੇ ਲੋਕ ਇਹਦੇ ਆਪੋਜੀਸ਼ਨ 'ਚ ਲਿਖਣ ਵਾਲੇ, ਇਹ ਕਦੀ ਗੱਲ ਨਹੀਂ ਕਰਦੇ ਕਿ ਹੁਣ ਅਸੀਂ ਮੋਨੋਪੋਲੀ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ। ਔਰ ਜਦੋਂ ਮਾਈਕਰੋ ਇਕਨੋਮਿਕਸ ਅਸੀਂ ਕੰਪਲਸਰੀ ਹਰ ਸਟੂਡੈਂਟ ਨੂੰ ਪੇਪਰ ਪੜ੍ਹਾਉਂਦੇ ਹਾਂ, ਉਹਦੇ 'ਚ ਅਸੀਂ ਕੰਪੀਟੀਸ਼ਨ ਦੀਆਂ ਫਾਰਮਸ ਦੀ ਗੱਲ ਕਰਦੇ ਹਾਂ। ਤਾਂ ਉਹਦੇ 'ਚ ਕਿਹਾ ਜਾਂਦਾ ਹੈ ਕਿ ਫੇਅਰ ਪ੍ਰਾਈਸ ਜਿਹੜੀ ਆ ਸਿਰਫ ਪਰਫੈਕਟ ਕੰਪੀਟੀਸ਼ਨ 'ਚ ਹੁੰਦੀ ਹੈ। ਬਾਕੀ ਦੀ ਜਿਹੜੀਆਂ ਮਾਰਕੀਟ ਫਾਰਮਸ ਨੇ ਉਹਦੇ 'ਚ ਪ੍ਰਾਈਸ ਦੀਆਂ 2-3 ਭਾਵਨਾਵਾਂ ਬਣ ਜਾਂਦੀਆਂ ਨੇ। ਇੱਕ ਪ੍ਰਾਈਸ ਉਹ ਹੈ ਜਿਹੜਾ ਪ੍ਰੋਡਿਊਸਰ ਚਾਰਜ ਕਰਦਾ ਹੈ, ਇੱਕ ਪ੍ਰਾਈਸ ਉਹ ਹੈ ਜਿਹੜਾ ਕੰਜ਼ਿਊਮਰ ਪੇ ਕਰਦਾ ਹੈ, ਇੱਕ ਪ੍ਰਾਈਸ ਉਹ ਹੈ ਜਿਹੜਾ ਹੋਲਸੇਲਰ ਚਾਰਜ ਕਰ ਰਿਹਾ। ਸੋ ਡਿਫਰੈਂਟ ਲੇਅਰਸ ਬਣ ਜਾਂਦੀਆਂ ਨੇ। ਤਾਂ ਜਦੋਂ ਮੋਨੋਪੋਲੀ ਹੋ ਜਾਂਦੀ ਹੈ ਤਾਂ ਜਿਹੜਾ ਮੋਨੋਪੋਲਿਸਟ ਹੈ ਪ੍ਰੋਡਿਊਸ ਕਰਨ ਵਾਲਾ, ਜਿਵੇਂ ਕਾਰਾਂ ਦੇ ਪ੍ਰੋਡਿਊਸਰ ਨੇ, ਉਹ ਕੀਮਤ ਤੈਅ ਕਰਦੇ ਨੇ ਕਿਸ ਕੀਮਤ 'ਤੇ ਉਹ ਜਿਹੜੀ ਪ੍ਰੋਡਕਟ ਵੇਚਣੀ ਆ, ਔਰ ਜਿਹੜਾ ਕੰਜ਼ਿਊਮਰ ਹੈ ਉਹਦੇ ਵਾਸਤੇ ਕੋਈ ਅਲਟਰਨੇਟਿਵ ਨਹੀਂ ਹੈ, ਉਹਨੂੰ ਉਹ ਖਰੀਦਣੀ ਪੈਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ
ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।